सत श्री अकाल, स्वागत है। गौरव शुक्ला मैं हां तुहाडे नाल हाज़र हां 6 वजे ਦੀਆਂ 6 ਵੱਡੀਆਂ ਖਬਰਾਂ ਲੈ ਕੇ। पूरे दिन ਦੇ ਵਿੱਚ ਕੀ ਕੁਝ ਅਪਡੇਟ ਰਿਹਾ ਇਹਨਾਂ 6 ਵੱਡੀਆਂ ਖਬਰਾਂ ਦੇ ਜ਼ਰੀਏ ਪੂਰੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਸ਼ੁਰੂਆਤ ਕਰ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਰਾਮ ਰਹੀਮ ਦੀ। ਦਿਨ ਦੀ 6ਵੀਂ ਵੱਡੀ ਖਬਰ ਸਕਰੀਨ ਦੇ ਉੱਤੇ ਆਏਗੀ। ਪਹਿਲਾਂ 6ਵੀਂ, ਫਿਰ 5ਵੀਂ, ਚੌਥੀ, ਤੀਜੀ, ਦੂਜੀ ਤੇ ਦਿਨ ਦੀ ਸਭ ਤੋਂ ਵੱਡੀ ਖਬਰ 1 ਨੰਬਰ ਉੱਤੇ ਤੁਹਾਨੂੰ ਦੱਸਾਂਗੇ। शुरुआत राम रहीम दे नाल करन जा रहे हैं। स्क्रीन दे उत्ते 6वीं खबर दिन दी वड्डी आ चुकी है। राम रहीम डेरा मुखी जो जेल दे विच बंद है ते उस दे वल्लों चिट्ठी लिखी गई है। रोहतक दी सुनारिया जेल तो राम रहीम ने एक बार फिर तो चिट्ठी लिखी है ते चिट्ठी दे विच डेरे दे सियासी विंग नूं भंग करन दा जिक्र किया गया है। ਇਹ ਵੱਡੀ ਖਬਰ ਹੈ ਕਿ ਸਿਆਸੀ ਵਿੰਗ ਨੂੰ ਭੰਗ ਕਰਨ ਦਾ ਜ਼ਿਕਰ ਹੈ। ਸੰਗਤ ਨੇ ਨਹੀਂ ਬਣਾਇਆ ਸੀ ਡੇਰੇ ਦਾ ਸਿਆਸੀ ਵਿੰਗ, ਸੰਗਤ ਨੇ ਹੀ ਸਿਆਸੀ ਵਿੰਗ ਨੂੰ ਭੰਗ ਕੀਤਾ ਹੈ। ਇਹ ਵੀ ਡੇਰਾ ਮੁਖੀ ਦੇ ਵੱਲੋਂ ਕਿਹਾ ਗਿਆ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਦੇ ਵੱਲੋਂ ਇਹ ਚਿੱਠੀ ਲਿਖੀ ਗਈ। ਚਿੱਠੀ ਦੇ ਵਿੱਚ ਡੇਰੇ ਦੇ ਸਿਆਸੀ ਵਿੰਗ ਦਾ ਜ਼ਿਕਰ ਕੀਤਾ ਗਿਆ ਹੈ। ਸਿਆਸੀ ਵਿੰਗ ਜੋ ਪੋਲੀਟੀਕਲ ਪਾਰਟੀਆਂ ਦੇ ਆਗੂਆਂ ਦੇ ਨਾਲ ਰਾਬਤਾ ਇੱਕ ਤਰੀਕੇ ਨਾਲ ਰੱਖਦਾ ਹੈ ਜਾਂ ਫਿਰ ਜੋ ਵੀ ਸਟੇਟਮੈਂਟਸ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ। ਤਾਂ ਰਾਮ ਰਹੀਮ ਨੇ ਆਪਣੀ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਹੈ ਕਿਉਂਕਿ ਰਾਮ ਰਹੀਮ ਪੈਰੋਲ ਕੱਟਣ ਤੋਂ ਬਾਅਦ ਦੁਬਾਰਾ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਇਸ ਵਿਚਾਲੇ ਉੱਥੋਂ ਚਿੱਠੀ ਲਿਖ ਕੇ ਜ਼ਿਕਰ ਸਿਆਸੀ ਵਿੰਗ ਦਾ ਕੀਤਾ ਗਿਆ ਤੇ ਇਹ ਵੀ ਕਿਹਾ ਕਿ ਸੰਗਤ ਨੇ ਸਿਆਸੀ ਵਿੰਗ ਨਹੀਂ ਬਣਾਈ ਸੀ, ਇਸ ਕਰਕੇ ਸਿਆਸੀ ਵਿੰਗ ਸੰਗਤ ਨੇ ਹੀ ਭੰਗ ਹੁਣ ਕਰ ਦਿੱਤੀ ਹੈ। ਤਾਂ ਡੇਰਾ ਮੁਖੀ ਨੇ ਆਪਣੀ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਸਿਆਸੀ ਵਿੰਗ ਸੰਗਤ ਨੇ ਬਣਾਈ ਸੀ ਤੇ ਸੰਗਤ ਨੇ ਹੀ ਭੰਗ ਕਰ ਦਿੱਤੀ ਹੈ। ਅੱਗੇ ਵਧਦੇ ਹਾਂ ਤੇ ਗੱਲ ਰਾਹੁਲ ਗਾਂਧੀ ਦੀ ਕਰਾਂਗੇ। ਦਿਨ ਦੀ 5ਵੀਂ ਵੱਡੀ ਖਬਰ ਹੈ। ਇਨਫੈਕਟ ਇਹ ਪੂਰੇ ਦੇਸ਼ ਦੇ ਵਿੱਚ ਖੂਬ ਚਰਚਾ ਦਾ ਵਿਸ਼ਾ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਹੋਣਾ ਰਿਹਾ ਹੈ ਤੇ 5ਵੀਂ ਵੱਡੀ ਖਬਰ ਰਾਹੁਲ ਗਾਂਧੀ ਦੀ ਸਟੇਟਮੈਂਟ ਦੇ ਨਾਲ ਜੁੜੀ ਹੋਈ। ਬੀਜੇਪੀ ਦੇਸ਼ ਦੇ ਵਿੱਚ ਲੋਕਤੰਤਰ ਤੇ ਹਮਲਾ ਕਰ ਰਹੀ ਹੈ, ਮੈਂ ਸਵਾਲ ਪੁੱਛਣੇ ਬੰਦ ਨਹੀਂ ਕਰਾਂਗਾ, ਇਹ ਰਾਹੁਲ ਗਾਂਧੀ ਕਹਿੰਦੇ ਹੋਏ ਨਜ਼ਰ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਚਾਹੇ ਮੈਨੂੰ ਪੱਕੇ ਤੌਰ ਦੇ ਉੱਤੇ ਸੰਸਦ ਤੋਂ ਬਾਹਰ ਕਰ ਦੇਣ, ਮੈਂ ਸਵਾਲ ਪੁੱਛਣੇ ਬੰਦ ਨਹੀਂ ਕਰਾਂਗਾ। ਦਿਨ ਦੀ 5ਵੀਂ ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਰਾਹੁਲ ਗਾਂਧੀ ਨਾਲ ਜੁੜੀ ਹੋਈ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਚਾਹੇ ਮੈਨੂੰ ਪੱਕੇ ਤੌਰ ਤੇ ਸੰਸਦ ਤੋਂ ਬਾਹਰ ਕਰ ਦਿਓ, ਮੈਂ ਦੇਸ਼ ਦੇ ਲੋਕਤੰਤਰ ਦੇ ਲਈ ਲੜ ਰਿਹਾ ਹਾਂ ਤੇ ਲੜਦਾ ਰਹਾਂਗਾ। ਮੈਨੂੰ ਕੁੱਟਣ ਮਾਰਨ ਜੇਲ੍ਹ 'ਚ ਭੇਜਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਆਪਣੀ ਤਪੱਸਿਆ ਕਰਦਾ ਰਹਾਂਗਾ। ਮੇਰੇ ਬਾਰੇ 'ਚ ਸੰਸਦ ਦੇ ਵਿੱਚ ਝੂਠ ਬੋਲਿਆ ਗਿਆ, ਮੈਂ ਦੇਸ਼ ਦੇ ਲੋਕਤੰਤਰ ਦੇ ਲਈ ਲੜਦਾ ਰਹਾਂਗਾ ਤੇ ਮੈਂ ਕਿਸੇ ਤੋਂ ਡਰਦਾ ਨਹੀਂ। ਉਧਰ ਰਾਜਾ ਵੜਿੰਗ ਨੇ ਵੀ ਬੀਜੇਪੀ ਦੇ ਉੱਤੇ ਨਿਸ਼ਾਨਾ ਸਾਧਿਆ, ਮੈਂਬਰਸ਼ਿਪ ਰੱਦ ਕਰਕੇ ਲੋਕਤੰਤਰ ਦੇ ਉੱਤੇ ਹਮਲਾ ਕੀਤਾ ਗਿਆ। ਇਸ ਤਰੀਕੇ ਨਾਲ ਪੰਜਾਬ ਕਾਂਗਰਸ ਵੀ ਇਲਜ਼ਾਮ ਲਗਾਉਂਦੀ ਨਜ਼ਰ ਆ ਰਹੀ ਹੈ। ਕਾਬਿਲੇ ਗੌਰ ਹੈ ਕਿ ਰਾਹੁਲ ਗਾਂਧੀ ਦੇ ਵੱਲੋਂ ਮੋਦੀ ਸਰਨੇਮ ਦੇ ਉੱਤੇ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਤੇ ਉਸ ਪੂਰੇ ਮਾਮਲੇ 'ਚ ਮਾਨਹਾਨੀ ਦਾ ਕੇਸ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸੂਰਤ ਦੀ ਅਦਾਲਤ ਦੇ ਵੱਲੋਂ ਰਾਹੁਲ ਗਾਂਧੀ ਨੂੰ ਸਜ਼ਾ ਦਾ ਐਲਾਨ ਦੋਸ਼ੀ ਕਰਾਰ ਦਿੰਦੇ ਹੋਏ ਸੂਰਤ ਦੀ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਤੇ ਸਜ਼ਾ ਦਾ ਐਲਾਨ ਕੀਤਾ ਗਿਆ। 2 ਸਾਲ ਦੀ ਮੈਕਸਿਮਮ ਸਜ਼ਾ ਹੋ ਸਕਦੀ ਹੈ। ਡੈਫਾਮੇਸ਼ਨ ਦੇ ਕੇਸ 'ਚ ਰਾਹੁਲ ਗਾਂਧੀ ਨੂੰ ਸੁਣਾਈ ਗਈ ਹੈ ਤੇ ਉਸ ਤੋਂ ਬਾਅਦ ਲੋਕ ਸਭਾ ਸਪੀਕਰ ਦੇ ਵੱਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ। ਉਸ ਦੇ ਉੱਤੇ ਰਾਹੁਲ ਗਾਂਧੀ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ। इन्होंने झूठा आरोप लगाया है, मुझे आप बोलने क्यों नहीं दे रहे हैं? स्पीकर सर मुस्कुराते हैं, कहते मैं नहीं कर सकता। और फिर उसके बाद आपने सबने देखा क्या हुआ। और अगर ये सोचें कि मुझे डिस्क्वालीफाई करके धमका के जेल में डाल के मुझे बंद कर सकते, नहीं, मेरी वो हिस्ट्री नहीं है। मैं हिंदुस्तान के लोकतंत्र के लिए लड़ रहा हूं और मैं हिंदुस्तान के लोकतंत्र के लिए लड़ता रहूंगा, किसी चीज से नहीं डरता हूं। यह सच्चाई, पॉइंट बाय पॉइंट। ਤਾਂ ਰਾਹੁਲ ਗਾਂਧੀ ਦੇ ਵੱਲੋਂ ਇਹ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ। ਕੇਂਦਰ ਦੀ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲਿਆ ਗਿਆ। ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਤੇ ਰਾਹੁਲ ਗਾਂਧੀ ਪ੍ਰੈਸ ਕਾਨਫਰੰਸ ਕਰਨ ਦੇ ਲਈ ਸਾਹਮਣੇ ਆਏ। ਕਾਬਿਲੇ ਗੌਰ ਹੈ ਕਿ ਅਦਾਲਤ ਦੇ ਫੈਸਲੇ ਦੇ ਕਰੀਬ 24-25 ਘੰਟਿਆਂ ਦੇ ਅੰਦਰ ਹੀ ਮੈਂਬਰਸ਼ਿਪ ਰੱਦ ਕਰਨ ਦਾ ਫੈਸਲਾ ਲੋਕ ਸਭਾ ਸਪੀਕਰ ਦੇ ਵੱਲੋਂ ਲੈ ਲਿਆ ਗਿਆ। ਅੱਗੇ ਵਧਦੇ ਅਗਲੀ ਵੱਡੀ ਖਬਰ ਦਾ ਰੁਖ ਕਰਾਂਗੇ। ਦਿਨ ਦੀ ਚੌਥੀ ਵੱਡੀ ਖਬਰ ਜੁੜੀ ਹੋਈ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪੰਜਾਬ ਫੇਰੀ ਦੇ ਨਾਲ। ਪਹੁੰਚੇ ਸੀ ਉਹ ਡੇਰਾ ਬਿਆਸ ਦੇ ਵਿੱਚ। ਵੱਡੀ ਖਬਰ ਹੈ, ਰੱਖਿਆ ਮੰਤਰੀ ਰਾਜਨਾਥ ਸਿੰਘ ਡੇਰਾ ਬਿਆਸ ਪਹੁੰਚੇ। ਰੱਖਿਆ ਮੰਤਰੀ ਦੀ ਇਸ ਫੇਰੀ ਨੂੰ ਜਲੰਧਰ ਬਾਈ ਇਲੈਕਸ਼ਨ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁਲਾਕਾਤ ਕੀਤੀ ਹੈ ਔਰ ਰਾਜਨਾਥ ਸਿੰਘ ਨੇ ਡੇਰੇ ਦੇ ਵਿੱਚ ਬੈਠ ਕੇ ਸਤਸੰਗ ਵੀ ਸੁਣਿਆ। ਇਹ ਵੱਡੀ ਖਬਰ ਦਿੰਦੀ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਲੰਧਰ ਬਾਈ ਇਲੈਕਸ਼ਨ ਨੂੰ ਲੈ ਕੇ, ਜਲੰਧਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਇਸ ਸਮੇਂ ਸਰਗਰਮੀ ਵੱਧ ਰਹੀ ਹੈ, ਉਸ ਦੇ ਨਾਲ ਹੀ ਜੋੜ ਕੇ
ਦੇਖਿਆ ਜਾ ਰਿਹਾ ਡੇਰਾ ਬਿਆਸ ਦੇ ਵਿੱਚ ਇਸ ਫੇਰੀ ਨੂੰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਵੱਡੀ ਗਿਣਤੀ ਦੇ ਵਿੱਚ ਸੰਗਤ ਵੀ ਉਸ ਸਮੇਂ ਮੌਜੂਦ ਸੀ ਔਰ ਡੇਰਾ ਮੁਖੀ ਦੇ ਨਾਲ ਮੁਲਾਕਾਤ ਵੀ ਉਹਨਾਂ ਦੇ ਵੱਲੋਂ ਕੀਤੀ ਗਈ। ਬਈ ਅੱਜ ਸਾਡੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਜੀ ਅੱਜ ਅੰਮ੍ਰਿਤਸਰ ਦੇ ਵਿੱਚ ਆਏ ਸੀ। ਮੈਂ ਉਹਨਾਂ ਨੂੰ ਰਿਸੀਵ ਕੀਤਾ, ਉਹਨਾਂ ਦਾ ਸਵਾਗਤ ਕੀਤਾ। ਉਹਦੇ ਬਾਅਦ ਡੇਰਾ ਬਿਆਸ ਗਏ ਆ। ਡੇਰਾ ਬਿਆਸ ਦੇ ਮੁਖੀ ਹੋਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਔਰ ਅਸੀਂ ਸਾਰੇ ਹਮੇਸ਼ਾ ਟਾਈਮ ਟੂ ਟਾਈਮ ਹਰ ਗੁਰੂ ਧਾਮਾਂ ਦਾ, ਹਰ ਇਹ ਮਹਾਂਪੁਰਖਾਂ ਦਾ ਆਸ਼ੀਰਵਾਦ ਲੈਂਦੇ ਰਹੇ हैं ਔਰ ਅੱਜ ਡੇਰਾ ਬਿਆਸ ਵਿਖੇ ਉਹ ਆਸ਼ੀਰਵਾਦ ਲੈਣ। ਮਕਸਦ ਕੀ ਹੈ ਮੀਟਿੰਗ ਦਾ? ਮਕਸਦ ਯਾਰ ਆਸ਼ੀਰਵਾਦ, ਇਹਦੇ ਵਿੱਚ ਕੋਈ ਸਿਆਸੀ ਕਾਰੋਬਾਰ ਨਹੀਂ ਹੁੰਦਾ। ਇਹ ਮਕਸਦ ਸਿਰਫ ਸੀਗਾ ਇੰਨਾ ਹੀ ਕਿ ਉਹ ਡੇਰਾ ਬਿਆਸ ਆਸ਼ੀਰਵਾਦ ਲੈਣ ਵਾਸਤੇ। ਡਾਕਟਰ ਸਾਹਿਬ, ਤਾਂ ਡੇਰਾ ਬਿਆਸ ਆਸ਼ੀਰਵਾਦ ਲੈਣ ਦੇ ਲਈ ਦੇਸ਼ ਦੇ ਰੱਖਿਆ ਮੰਤਰੀ ਪਹੁੰਚਦੇ ਨੇ। ਹਾਲਾਂਕਿ ਇਸ ਨੂੰ ਬਾਈ ਇਲੈਕਸ਼ਨ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਅੱਗੇ ਵਧਦੇ ਹਾਂ, ਅਗਲੀ ਵੱਡੀ ਖਬਰ ਦਾ ਰੁਖ ਕਰਾਂਗੇ। ਦਿਨ ਦੀ ਤੀਜੀ ਵੱਡੀ ਖਬਰ ਸਕਰੀਨ ਦੇ ਉੱਤੇ। ਜੀ ਹਾਂ, ਡੇਰਾ ਬੱਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਵੀ ਪਹੁੰਚੇ ਨੇ। ਦਿਨ ਦੀ ਤੀਜੀ ਵੱਡੀ ਖਬਰ ਹੈ, ਜ਼ਿਮਨੀ ਚੋਣ ਨੂੰ ਲੈ ਕੇ ਸਭ ਕੁਝ ਕਿਹਾ ਜਾ ਰਿਹਾ ਕਿ ਇਹ ਚਾਰਾਜੋਈ ਹੈ। ਸੀਐਮ ਮਾਨ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਪਹੁੰਚੇ। ਸੀਐਮ ਮਾਨ ਨੇ 25 ਕਰੋੜ ਦਾ ਚੈੱਕ ਵੀ ਸੌਂਪਿਆ ਔਰ ਭਗਤ ਰਵਿਦਾਸ ਜੀ ਦੀ ਬਾਣੀ ਦੇ ਲਈ ਉੱਥੇ ਰਿਸਰਚ ਸੈਂਟਰ ਜੋ ਬਣਾਇਆ ਜਾਣਾ ਉਸ ਦੇ ਲਈ ਇਹ ਪੂਰਾ ਜਿਹੜਾ 25 ਕਰੋੜ ਦਾ ਚੈੱਕ ਸੌਂਪਿਆ ਗਿਆ। ਭਗਤ ਰਵਿਦਾਸ ਜੀ ਦੀ ਬਾਣੀ ਦੇ ਲਈ ਉੱਥੇ ਰਿਸਰਚ ਸੈਂਟਰ ਬਣੇਗਾ ਤੇ ਇਸ ਦੌਰਾਨ ਮੁੱਖ ਮੰਤਰੀ ਵੀ ਬੋਲੇ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਵੀ ਬੋਲੇ। ਡੇਰਾ ਸੱਚਖੰਡ ਬੱਲਾਂ ਦੇ ਵਿੱਚ ਉਹਨਾਂ ਨੇ ਉੱਥੇ ਨਤਮਸਤਕ ਹੋਏ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਉੱਥੇ ਆਪਣੀ ਗੱਲ ਵੀ ਰੱਖੀ ਗਈ ਔਰ ਕਾਬਿਲੇ ਗੌਰ ਹੈ ਕਿ ਜਿਸ ਤਰੀਕੇ ਨਾਲ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਜਦੋਂ ਜਲੰਧਰ ਦਾ ਜ਼ਿਕਰ ਹੋ ਰਿਹਾ ਤੇ ਇਸ ਵਿਚਾਲੇ ਡੇਰਾ ਬੱਲਾਂ ਦਾ ਵੀ ਇੱਕ ਵੱਡਾ ਆਧਾਰ ਕਿਹਾ ਜਾਂਦਾ ਹੈ, ਖਾਸ ਤੌਰ ਤੇ ਮਾਲਵੇ ਦੁਆਬੇ ਦੇ ਵਿੱਚ, ਖਾਸ ਤੌਰ ਤੇ ਜਲੰਧਰ ਦੇ ਆਸ-ਪਾਸ ਦੇ ਪੂਰੇ ਇਲਾਕੇ ਦੇ ਵਿੱਚ ਇੱਕ ਵੱਡਾ ਆਧਾਰ ਕਿਹਾ ਜਾਂਦਾ ਹੈ। ਤਾਂ ਇਸ ਫੇਰੀ ਨੂੰ ਜਲੰਧਰ ਦੀ ਬਾਈ ਇਲੈਕਸ਼ਨ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਤੇ ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਫੋਕਸ ਹੈ, ਤਰਜੀਹ ਹੈ ਸਿੱਖਿਆ ਅਤੇ ਸਿਹਤ ਖੇਤਰ। ਚੰਗੀ ਸਿੱਖਿਆ ਦੇ ਨਾਲ ਬਿਹਤਰ ਭਵਿੱਖ ਹੋ ਸਕਦਾ ਹੈ, ਸਿੱਖਿਆ ਦੇ ਨਾਲ ਗਰੀਬੀ ਦੂਰ ਹੋ ਸਕਦੀ ਹੈ, ਨੀਲੇ ਕਾਰਡਾਂ ਦੇ ਨਾਲ ਮੁਸ਼ਕਲਾਂ ਦੂਰ ਨਹੀਂ ਹੋਣਗੀਆਂ। बड़े मान नाल अनाउंसमेंट करनी चाहना कि असी श्री गुरु रविदास जी की बाणी ते रिसर्च सेंटर का एक उद्घाटन कर लगे हाँ, जिन्हों असी जिन्ने मर्जी पैसे लग जाने असी वो रिसर्च सेंटर बनावांगे जिथे गुरु साहब की गुरु रविदास जी की बाणी ते रिसर्च होगी। बच्चे PhD करनगे, उन्हां बारे पढ़नगे, उन्हां ते थीसिस लिखणगे। अज 25 करोड़ रुपया असी संत निरंजन दास जी दी होरां नूं एक सिनेमर भेंट करना है। तो साडा मकसद ये है कि एजुकेशन जी है ये ऐसी चाबी है जिहदे नाल तुहाडे घरां दे विच छुपे हुए खजाने जिहड़े ने वो खुल सकते हैं। कोई पीला कार्ड कोई नीला कार्ड थोड़ी गरीबी नहीं चक सकता, गरीबी चक सकते तो तुहाडे बच्चे चक सकते जे उन्होंने अफसर बना दिए, जे उन्होंने पढ़ा दिए, जे उन्होंने बड़ियां नौकरियां ते ला दिए। ਤਾਂ ਡੇਰਾ ਬੱਲਾਂ ਦੇ ਵਿੱਚ ਪਹੁੰਚੇ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਵੀ ਉੱਥੇ ਪਹੁੰਚੇ ਹੋਏ ਸਨ। ਅਗਲੀ ਖਬਰ ਦਾ ਰੁਖ ਕਰਦੇ ਹਾਂ, ਅਗਲੀ ਵੱਡੀ ਖਬਰ ਦਾ ਰੁਖ ਕਰਾਂਗੇ ਔਰ ਇਹ ਜੁੜੀ ਹੋਈ ਹੈ ਕਾਨੂੰਨ ਵਿਵਸਥਾ ਦੇ ਉੱਤੇ। ਜੀ ਹਾਂ, ਜਲੰਧਰ ਦੇ ਵਿੱਚ ਦਿਨ ਦੀ ਦੂਜੀ ਵੱਡੀ ਖਬਰ ਹੈ ਕਾਨੂੰਨ ਵਿਵਸਥਾ ਦੇ ਉੱਤੇ। ਅਰਵਿੰਦ ਕੇਜਰੀਵਾਲ ਦੀ ਸਟੇਟਮੈਂਟ ਸਾਹਮਣੇ ਆਈ। ਉਹਨਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜ਼ਿਕਰ ਕੀਤਾ, ਕਿਹਾ ਕਿ ਸਾਡੀ ਪਹਿਲ ਹੈ ਅਮਨ ਸ਼ਾਂਤੀ ਦੇ ਲਈ ਕਈ ਵਾਰ ਕਠੋਰ ਫੈਸਲੇ, ਕਰੜੇ ਫੈਸਲੇ ਵੀ ਲੈਣੇ ਪੈਂਦੇ ਨੇ ਅਮਨ ਸ਼ਾਂਤੀ ਦੇ ਲਈ। ਤੇ ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਸੀਐਮ ਮਾਨ ਨੇ ਬਖੂਬੀ ਪੰਜਾਬ ਦੇ ਹਾਲਾਤ ਸੰਭਾਲੇ ਨੇ, ਬਿਨਾਂ ਗੋਲੀ ਚਲਾਏ, ਬਿਨਾਂ ਖੂਨ ਡੋਲੇ ਸਥਿਤੀ ਨੂੰ ਸੰਭਾਲ ਲਿਆ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਨੂੰਨ ਵਿਵਸਥਾ ਵੀ ਸੁਧਾਰੀ ਹੈ। ਇੱਕ ਇੱਕ ਕਰਕੇ ਗੈਂਗਸਟਰ ਅਸੀਂ ਫੜ ਰਹੇ ਹਾਂ। ਪਿਛਲੀਆਂ ਸਰਕਾਰਾਂ ਦੇ ਵਿੱਚ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਹੋਈ ਤੇ ਮੌਜੂਦਾ ਸਮੇਂ ਦੇ ਵਿੱਚ ਗੈਂਗਸਟਰਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਤੇ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਪਹੁੰਚੇ, ਜਦੋਂ ਡੇਰਾ ਸੱਚਖੰਡ ਬੱਲਾਂ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਆਪਣੀ ਗੱਲ ਰੱਖ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ। दिनों में आपने देखा किस तरह से कुछ लोगों ने पंजाब का माहौल खराब करने की कोशिश की। हमें किसी हालत में माहौल खराब नहीं होने देना। हमें पंजाब में शांति और कानून व्यवस्था बना के रखनी है। कई बार कठोर निर्णय लेने पड़ते हैं,
लेकिन आम आदमी पार्टी की हमारी पंजाब सरकार भगवंत मान जी के नेतृत्व में अगर हमें कठोर निर्णय लेने पड़ेंगे, हम कठोर निर्णय लेने से भी पीछे नहीं हटेंगे। पिछले कुछ दिनों के अंदर जिस तरह से पंजाब के अंदर शांति व्यवस्था बनाए रखने के लिए मान साहब ने कठोर निर्णय लिए, लेकिन बिना एक भी गोली चले, बिना कोई भी खून बहे, पूरे पंजाब के अंदर आज शांति व्यवस्था बरकरार है। और जो गलत काम करने की कोशिश कर रहे थे, माहौल खराब करने की कोशिश कर रहे थे, वो लोग आज दुम दबा के भाग रहे हैं। तो किसी जो भी शांति खराब करने की कोशिश करेगा उसे बख्शा नहीं जाएगा। ਤਾਂ ਕਾਨੂੰਨ ਵਿਵਸਥਾ ਦੇ ਮੁੱਦੇ ਦੇ ਉੱਤੇ ਅਰਵਿੰਦ ਕੇਜਰੀਵਾਲ ਬੋਲਦੇ ਹੋਏ ਨਜ਼ਰ ਆਏ ਨੇ। ਇਸ ਸਭ ਦੇ ਵਿਚਾਲੇ ਹੁਣ ਜ਼ਿਕਰ ਦਿਨ ਦੀ ਸਭ ਤੋਂ ਵੱਡੀ ਖਬਰ ਦਾ। ਸਭ ਤੋਂ ਵੱਡੀ ਖਬਰ ਜੁੜੀ ਹੋਈ ਅੰਮ੍ਰਿਤਪਾਲ ਦੇ ਨਾਲ। ਅੰਮ੍ਰਿਤਪਾਲ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਸੀਸੀਟੀਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ। ਤਾਂ ਸਕਰੀਨ ਦੇ ਉੱਤੇ ਦਿਨ ਦੀ ਸਭ ਤੋਂ ਵੱਡੀ ਖਬਰ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ। ਭਗੌੜਾ ਇਹ ਹੁਣ ਤੱਕ ਭੱਜਿਆ ਹੋਇਆ ਹੈ ਔਰ ਪਿਛਲੇ ਸ਼ਨੀਵਾਰ ਭੱਜਿਆ ਸੀ। ਆਪਰੇਸ਼ਨ ਜਿਹੜਾ ਅੰਜਾਮ ਦਿੱਤਾ ਗਿਆ ਸੀ ਪਿਛਲੇ ਸ਼ਨੀਵਾਰ ਦਿੱਤਾ ਗਿਆ ਸੀ ਔਰ ਪੂਰਾ ਹਫਤਾ ਲੰਘ ਚੁੱਕਿਆ, ਦੁਬਾਰਾ ਸ਼ਨੀਵਾਰ ਆ ਗਿਆ। ਹੁਣ ਤੱਕ ਅੰਮ੍ਰਿਤਪਾਲ ਕਾਬੂ ਨਹੀਂ ਕੀਤਾ ਜਾ ਸਕਿਆ। ਪਰ ਇਸ ਸਭ ਦੇ ਵਿਚਾਲੇ ਕਾਬਲੇ ਗੌਰ ਵੀ ਹੈ ਕਿ ਲਗਾਤਾਰ ਉਸ ਦੇ ਨਾਲ ਜੁੜੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਪਟਿਆਲਾ ਤੋਂ ਵੀ ਨਵੀਂ ਸੀਸੀਟੀਵੀ ਸਾਹਮਣੇ ਆਈ। ਫੋਨ ਦੇ ਉੱਤੇ ਗੱਲਬਾਤ ਕਰਦਾ ਹੋਇਆ ਅੰਮ੍ਰਿਤਪਾਲ ਨਜ਼ਰ ਆ ਰਿਹਾ ਹੈ। ਘਰ ਦੇ ਬਾਹਰ ਗਲੀ ਦੇ ਵਿੱਚ ਘੁੰਮ ਰਿਹਾ ਹੈ ਅੰਮ੍ਰਿਤਪਾਲ ਤੇ ਅੰਮ੍ਰਿਤਪਾਲ ਦੇ ਨਾਲ ਪਵਲਪ੍ਰੀਤ ਵੀ ਉੱਥੇ ਨਜ਼ਰ ਆਇਆ। ਪਵਲਪ੍ਰੀਤ ਦੇ ਘਰ ਦੇ ਅੰਦਰ ਦਾਖਲ ਹੁੰਦਾ ਦਿਖਦਾ ਹੈ। ਪਵਲਪ੍ਰੀਤ ਦੇ ਹੱਥ ਦੇ ਵਿੱਚ ਕੁਝ ਕੱਪੜੇ ਅਤੇ ਬੈਗ ਵੀ ਨਜ਼ਰ ਆ ਰਹੇ ਨੇ। ਇੱਕ ਸੀਸੀਟੀਵੀ ਦੇ ਵਿੱਚ ਅੰਮ੍ਰਿਤਪਾਲ ਘਰੋਂ ਬਾਹਰ ਨਿਕਲਦਾ ਦਿਖ ਰਿਹਾ ਤੇ ਅੰਮ੍ਰਿਤਪਾਲ ਨੇ ਜੈਕਟ ਪਾਈ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਤੋਂ ਬਾਅਦ ਅੰਮ੍ਰਿਤਪਾਲ ਸ਼ਾਹਬਾਦ ਗਿਆ ਸੀ। ਨਵੀਂ ਸੀਸੀਟੀਵੀ ਦੇ ਵਿੱਚ ਅੰਮ੍ਰਿਤਪਾਲ ਤੇ ਅੰਮ੍ਰਿਤਪਾਲ ਦਾ ਸਾਥੀ ਨਜ਼ਰ ਆ ਰਹੇ ਨੇ, ਸੜਕ ਤੇ ਤੁਰਦੇ ਨਜ਼ਰ ਆ ਰਹੇ ਨੇ। ਤਾਂ 6 ਤਸਵੀਰਾਂ ਤੁਹਾਡੇ ਸਾਹਮਣੇ ਨੇ। ਨੰਗਲ ਅੰਬੀਆਂ ਪਿੰਡ ਦੇ ਵਿੱਚ ਜਦੋਂ ਬਰੀਜ਼ਾ ਕਾਰ ਦੇ ਵਿੱਚ ਉਤਰ ਕੇ ਉਹ ਬਾਈਕ ਦੇ ਉੱਤੇ ਸਵਾਰ ਹੁੰਦਾ ਹੈ, ਫਰਾਰ ਹੁੰਦਾ ਹੈ। ਉਸ ਤੋਂ ਬਾਅਦ ਸ਼ੇਖੂਪੁਰਾ ਪਿੰਡ ਦੇ ਵਿੱਚ ਜਦੋਂ ਬਾਈਕ ਦੇ ਉੱਤੇ ਬੈਠ ਕੇ ਅੱਗੇ ਜਾ ਰਿਹਾ ਅੰਮ੍ਰਿਤਪਾਲ। ਫਿਰ 18 ਮਾਰਚ ਦੀ ਤਸਵੀਰ ਸਾਹਮਣੇ ਆਉਂਦੀ ਹੈ ਜਦੋਂ ਉਹ ਤਸਵੀਰਾਂ ਦੇ ਵਿੱਚ ਨਜ਼ਰ ਆਇਆ। ਇਹ ਲੁਧਿਆਣਾ ਦੀਆਂ ਨੇ। ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਸ਼ਾਹਬਾਦ ਦੇ ਵਿੱਚ 20 ਮਾਰਚ ਨੂੰ ਜਦੋਂ ਇੱਕ ਛਤਰੀ ਲੈ ਕੇ ਅੰਮ੍ਰਿਤਪਾਲ ਨਿਕਲਦਾ ਤੇ ਪਵਲਪ੍ਰੀਤ ਮੂੰਹ ਢੱਕ ਕੇ ਜਾ ਰਿਹਾ ਹੈ। ਤੇ ਕੁਰੂਕਸ਼ੇਤਰ ਦੇ ਬੱਸ ਸਟੈਂਡ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਔਰ ਮਦਦਗਾਰਾਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਹੈ। ਔਰ ਕਾਬਿਲੇ ਗੌਰ ਹੈ ਕਿ ਉਸ ਤੋਂ ਬਾਅਦ ਪਟਿਆਲਾ ਵਾਲੀ ਤਸਵੀਰ ਆਈ। ਹਾਲਾਂਕਿ ਹੁਣ ਤੱਕ ਸਾਫ਼ ਨਹੀਂ ਹੈ ਕਿ ਉਹ ਕਿਹੜੀ ਡੇਟ ਸੀ, ਉਸ ਦੇ ਵਿੱਚ ਕੋਈ ਸੀਸੀਟੀਵੀ ਫੁਟੇਜ ਟਾਈਮ ਨਜ਼ਰ ਨਹੀਂ ਆ ਰਿਹਾ। ਤਾਂ ਤਸਵੀਰਾਂ ਕੈਦ ਹੋਈਆਂ ਨੇ, ਸਾਥੀ ਗ੍ਰਿਫਤਾਰ ਹੋਏ ਨੇ ਪਰ ਅੰਮ੍ਰਿਤਪਾਲ ਫਰਾਰ ਹੈ। 5 ਤਸਵੀਰਾਂ ਵੀ ਤੁਹਾਡੇ ਸਾਹਮਣੇ ਨੇ। ਅੰਮ੍ਰਿਤਪਾਲ ਫਰਾਰ ਹੈ ਪਰ ਪਟਿਆਲਾ ਦੀ ਵੀਡੀਓ ਸਾਹਮਣੇ ਆ ਗਈ। ਪਟਿਆਲਾ ਦੇ ਵਿੱਚ ਕੀ ਕੁਝ ਕਰ ਰਿਹਾ ਸੀ, ਕਿਸ ਦੇ ਨਾਲ ਮਿਲਿਆ, ਕਿਸ ਨੂੰ ਫੋਨ ਕਰ ਰਿਹਾ, ਇਹ ਵੀ ਇੱਕ ਸਵਾਲ ਹੈ। ਉਧਰ ਜੰਮੂ ਤੋਂ ਮਦਦਗਾਰਾਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ। ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 10 ਸਾਥੀ ਅਜਨਾਲਾ ਕੋਰਟ ਨੇ ਰਿਮਾਂਡ ਦੇ ਉੱਤੇ ਵੀ ਨਿਆਇਕ ਹਿਰਾਸਤ ਦੇ ਵਿੱਚ ਭੇਜੇ ਨੇ।